हर सो हीरा छाड़ कै करह आन की आस। ते नर दोजक जाएंगे सत पाखै रवदास। ते नर दोजक जाएंगे सत पाखै रवदास। गुरु प्यारी साध संगत जीओ, अज सतगुरां दी बहुत किरपा हुई है कि समूह संगत कांछी टीवी के जरिए धन धन साहिब सतगुरु श्री गुरु रविदास महाराज जी की पावन बाणी सरवण कर रहे हो। सतगुरु की पावन बाणी नाल जुड़ करके बैठे हो। अज संगरांद का पावन दिहाड़ा है। सब ते बल्ला मेरे वालों अज दे इस दिन दियां बहुत बहुत मुबारकां प्रवान करो जी, और बहुत प्रेम सह जपिए जय गुरुदेव, धन गुरुदेव जी। गुरु प्यारिओ, अज अस्सू का महीना शुरू हो रहा है और गुरु चरणों विच बेनती है कि ये आवन वाला समा समूह संगतां वास्ते खुशियां खेड़े लै करके आवे। आओ समूह संगतां जुड़ करके गुरु चरणों विच बेनतियां अरदासां करदे हां। जो मेरे साहब सतगुरु श्री गुरु रविदास महाराज जी पावन बाणी अमृत बाणी विच दर्ज अस्सू महीने का उपदेश सानू बख्शिश करते हैं। आओ एक मन चित हो करके सरवण करते हैं जी। अस्सू आसा पूरियां जब गुर पे दयाल। चरनी लावो दास को, करो प्रभु प्रितपाल। प्रेम तार गुर नाम मन, गल पावो माल। दर्शन कर गुर चरण को, तब ही पे निहाल। गुर चरनी लग भगत कर, त्याग मोका जाल। गुर भगति तब पाइए, जे होवे लिखिया पाग। दासा भगति यही है, सपतम जानो लाल। करो अभी पछताओगे, फिर हाथ ना आवे काल। ए दासा भगति कीनी,
ਬਿਰਲੇ ਸਵਾਸ ਸਵਾਸ ਆ ਗਿਆ ਰਾਖਿਓ ਧੀਰ ਰਹੇ ਸਦਾ ਵਿੱਚ ਆ ਗਿਆ ਇਹੋ ਭਗਤ ਮਹਾਨ ਦਾਸਾ ਭਗਤੀ ਇਹੀ ਹੈ ਦਾਸਣ ਦਾਸ ਬਿਖਾਨ ਬੁੱਧ ਸੁਧ ਤਬ ਹੋਏ ਹੈ ਪਾਵੈ ਨਿਰਮਲ ਗਿਆਨ ਅਸੂ ਪੂਰਨ ਆਸ ਸਭ ਗੁਰੂਦੇਵ ਵਿਖਿਆਨ ਰਵਿਦਾਸ ਗੁਰੂ ਚਰਨਨ ਕਾ ਸਦਾ ਕਰਤ ਹੈ ਧਿਆਨ ਰਵਿਦਾਸ ਗੁਰੂ ਚਰਨਨ ਕਾ ਸਦਾ ਕਰਤ ਹੈ ਧਿਆਨ ਅਸੂ ਆਸਾਂ ਪੂਰੀਆਂ ਜਬ ਗੁਰ ਪੈ ਦਿਆਲ ਚਰਨੀ ਲਾਵੋ ਦਾਸ ਕੋ ਕਰੋ ਪ੍ਰਭੂ ਪ੍ਰਿਤਪਾਲ ਚਰਨੀ ਲਾਵੋ ਦਾਸ ਕੋ ਕਰੋ ਪ੍ਰਭੂ ਪ੍ਰਿਤਪਾਲ। ਗੁਰੂ ਪਿਆਰੀ ਸਾਧ ਸੰਗਤ ਜੀਓ, ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਇਸ ਪਾਵਨ ਮਹੀਨੇ ਅੱਸੂ ਦੇ ਮਹੀਨੇ ਦੇ ਵਿੱਚ ਸਾਨੂੰ ਉਪਦੇਸ਼ ਬਖਸ਼ਿਸ਼ ਕਰਦੇ ਨੇ ਕਿ ਅੱਸੂ ਆਸਾਂ ਪੂਰੀਆਂ ਜਬ ਗੁਰ ਭਏ ਦਿਆਲ, ਕਿ ਜਦੋਂ ਸਤਿਗੁਰੂ ਦਇਆਵਾਨ ਹੋ ਜਾਂਦੇ ਨੇ, ਦਿਆਲ ਹੋ ਜਾਂਦੇ ਨੇ ਆਪਣੇ ਗੁਰਸਿੱਖ ਤੇ ਉਸ ਆਪਣੇ ਪਿਆਰੇ ਦੀਆਂ ਸਾਰੀਆਂ ਇਛਾਵਾਂ ਪੂਰੀਆਂ ਕਰਦੇ ਨੇ। ਜੋ ਮਨ ਦੇ ਵਿੱਚ ਧਾਰਨ ਕਰਦਾ ਹੈ ਉਹ ਪੂਰਨ ਕਰਦੇ ਨੇ। ਜਬ ਗੁਰ ਭਏ ਦਿਆਲ ਸੋ ਚਰਨੀ ਲਾਇਆ ਹੈ, ਸਤਿਗੁਰ ਕਾਟੈ ਬੰਧਨ ਨਾਮ ਜਪਾਇਆ ਹੈ। ਜਦੋਂ ਸਤਿਗੁਰੂ ਦਇਆਵਾਨ ਹੁੰਦੇ ਨੇ ਤੇ ਕਿਸੇ ਜੀਵ ਨੂੰ ਆਪਣੇ ਚਰਨਾਂ ਤਿੱਕਰ ਲੈ ਕਰਕੇ ਆਉਂਦੇ ਨੇ, ਚਰਨਾਂ ਨਾਲ ਜੋੜਦੇ ਨੇ, ਆਪਣਾ ਸੇਵਕ ਬਣਾਉਂਦੇ ਨੇ। ਸਤਿਗੁਰੂ ਦਇਆਵਾਨ ਹੁੰਦੇ ਨੇ ਤੇ ਕਿਸੇ ਜੀਵ ਨੂੰ ਨਾਮ ਦੀ ਦਾਤ ਬਖਸ਼ਿਸ਼ ਕਰਦੇ ਨੇ। ਸਤਿਗੁਰੂ ਦਇਆਵਾਨ ਹੁੰਦੇ ਨੇ ਤੇ ਕਿਸੇ ਜੀਵ ਕੋਲੋਂ ਨਾਮ ਜਪਾਉਂਦੇ ਨੇ। ਸਤਿਗੁਰੂ ਦਇਆਵਾਨ ਹੋਣ ਤੇ ਕਿਸੇ ਜੀਵ ਨੂੰ ਗਿਆਨ ਦਿੰਦੇ ਨੇ। ਸਤਿਗੁਰੂ ਦਇਆਵਾਨ ਹੋਵਣ ਤੇ ਕਿਸੇ ਜੀਵ ਨੂੰ ਮੁਕਤੀ ਦਾ ਰਸਤਾ ਦਿਖਾਉਂਦੇ ਨੇ। ਬੇਗਮਪੁਰ ਦਾ ਵਾਸੀ ਬਣਾ ਲੈਂਦੇ ਨੇ। ਬੇਗਮਪੁਰ ਦਾ ਵਾਸੀ ਬਣਨਾ ਹੈ ਤੇ ਗਿਆਨ ਦੀ ਜ਼ਰੂਰਤ ਹੈ, ਗਿਆਨ ਪ੍ਰਾਪਤ ਕਰਨਾ ਹੈ ਤੇ ਨਾਮ ਦੀ ਜ਼ਰੂਰਤ ਹੈ, ਨਾਮ ਪ੍ਰਾਪਤ ਕਰਨਾ ਹੈ ਸਤਿਗੁਰ ਦੀ ਜ਼ਰੂਰਤ ਹੈ। ਜੇ ਸਤਿਗੁਰੂ ਮਿਲ ਜਾਂਦੇ ਤੇ ਗੁਰੂ ਕੀ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਦੀ ਦਇਆ ਦੀ ਬਹੁਤ ਜ਼ਰੂਰਤ ਹੈ।
ਇਸ ਲਈ ਗੁਰੂ ਸਾਹਿਬ ਕਹਿੰਦੇ ਨੇ ਕਿ ਜਦੋਂ ਗੁਰੂ ਦਿਆਲ ਹੋ ਜਾਂਦੇ ਨੇ ਫਿਰ ਉਹ ਆਪਣੇ ਸੇਵਕ ਤੋਂ ਖੁਸ਼ ਹੋ ਕਰਕੇ ਜੋ ਵੀ ਸੇਵਕ ਦੇ ਮਨ ਦੇ ਅੰਦਰ ਮਨਸਾ ਪੈਦਾ ਹੁੰਦੀ ਹੈ, ਜੋ ਇੱਛਾ ਪੈਦਾ ਹੁੰਦੀ ਹੈ, ਜੋ ਧਾਰਨ ਕਰਦਾ ਹਿਰਦੇ ਅੰਦਰ, ਗੁਰੂ ਸਾਹਿਬ ਉਹ ਸਾਰੀਆਂ ਆਸਾਂ ਮੁਰਾਦਾਂ ਉਸ ਦੀਆਂ ਪੂਰੀਆਂ ਕਰਦੇ ਨੇ। ਗੁਰੂ ਸਾਹਿਬ ਉਚਾਰਨ ਕਰਦੇ ਨੇ ਕਿ ਸਤਿਗੁਰ ਹੋਏ ਦਿਆਲ ਤੇ ਸ਼ਰਧਾ ਪੂਰੀਐ, ਸਤਿਗੁਰੂ ਹੋਏ ਦਿਆਲ ਨਾ ਕਬਹੂ ਚੂਰੀਐ। ਸਤਿਗੁਰੂ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ, ਸਤਿਗੁਰੂ ਹੋਏ ਦਿਆਲ ਤੇ ਹਰ ਰੰਗ ਮਾਨੀਐ। ਸਤਿਗੁਰੂ ਹੋਏ ਦਿਆਲ ਤੇ ਜਮ ਕਾ ਡਰ ਕਿਹਾ, ਸਤਿਗੁਰੂ ਹੋਏ ਦਿਆਲ ਤੇ ਸਤਿਗੁਰੂ ਹੋਏ ਦਿਆਲ ਤਾਂ ਸਦ ਹੀ ਸੁਖ ਦੇਹਾ। ਸਤਿਗੁਰੂ ਹੋਏ ਦਿਆਲ ਤਾਂ ਨਭ ਨਿਧ ਪਾਈਐ, ਸਤਿਗੁਰੂ ਹੋਏ ਦਿਆਲ ਤੇ ਸੱਚ ਸਮਾਈਐ। ਕਿ ਗੁਰੂ ਕੀ ਪਿਆਰੀ ਸਾਧ ਸੰਗਤ ਜੀ, ਜਦੋਂ ਸਤਿਗੁਰੂ ਦਇਆਵਾਨ ਹੁੰਦੇ ਨੇ ਫਿਰ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਰਹਿ ਜਾਂਦਾ, ਕਿਸੇ ਤਰ੍ਹਾਂ ਦਾ ਕੋਈ ਖੌਫ ਨਹੀਂ ਰਹਿ ਜਾਂਦਾ। ਉਹ ਆਪਣੀ ਮਰਜ਼ੀ ਦਾ ਆਪ ਮਾਲਕ ਹੈ, ਜਿਸ ਨੂੰ ਜੋ ਚਾਹੁੰਦਾ ਹੈ ਉਹ ਦਿੰਦਾ ਹੈ। ਜਿਹੜੇ ਸੇਵਕ ਆਪਣੇ ਸਤਿਗੁਰੂ ਨਾਲ ਪ੍ਰੇਮ ਕਰਦੇ ਨੇ, ਸੱਚੀਆਂ ਪ੍ਰੀਤਾਂ ਪਾਉਂਦੇ ਨੇ, ਸਤਿਗੁਰੂ ਉਹਨਾਂ ਦੀਆਂ ਮਨੋਕਾਮਨਾ ਸੰਪੂਰਨ ਕਰਦੇ ਨੇ। ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਇਹ ਉਦੋਂ ਸਤਿਗੁਰੂ ਮਨੋਕਾਮਨਾ ਸੰਪੂਰਨ ਕਰਦੇ ਨੇ, ਆਸਾਂ ਉਸ ਸਮੇਂ ਪੂਰੀਆਂ ਕਰਦੇ ਨੇ ਜਦੋਂ ਸੇਵਕ ਸੱਚੀ ਪ੍ਰੀਤ ਪਾ ਕੇ ਸਤਿਗੁਰੂ ਦੀ ਦਿਆਲਤਾ ਦਾ ਪਾਤਰ ਬਣਦਾ ਹੈ। ਇਸ ਲਈ ਗੁਰੂ ਸਾਹਿਬਾਂ ਨੇ ਅੱਗੇ ਉਚਾਰਨ ਕੀਤਾ ਹੈ ਕਿ ਚਰਨੀ ਲਾਵੋ ਦਾਸ ਕੋ, ਕਰੋ ਪ੍ਰਭੂ ਪ੍ਰਿਤਪਾਲ। ਹੇ ਸੱਚੇ ਪਾਤਸ਼ਾਹ, ਕਿਰਪਾ ਕਰੋ, ਆਪਣੇ ਦਾਸ ਨੂੰ ਆਪਣੇ ਚਰਨ ਕਮਲਾਂ ਨਾਲ ਜੋੜੋ। ਆਪ ਇਸ ਸੰਸਾਰ ਦੇ ਪਾਲਣਹਾਰ ਹੋ, ਆਪ ਦਇਆਵਾਨ ਹੋ, ਆਪ ਦਿਆਲੂ ਹੋ। ਸਾਡੇ 'ਤੇ ਕਿਰਪਾ ਮਿਹਰ ਕਰੋ। ਹਮੇਸ਼ਾ ਆਪਣੇ ਚਰਨ ਕਮਲਾਂ ਨਾਲ ਜੋੜ ਕਰਕੇ ਰੱਖੋ, ਆਪਣੇ ਚਰਨ ਕਮਲਾਂ ਦਾ ਪਿਆਰ ਬਖਸ਼ਿਸ਼ ਕਰੋ। ਇਹ ਬੇਨਤੀ ਗੁਰੂ ਚਰਨਾਂ ਵਿੱਚ ਕਰਨੀ ਹੈ। ਔਰ ਜੋ ਨਿਮਰਤਾ ਸਹਿਤ ਇਹ ਬੇਨਤੀਆਂ ਕਰਦੇ ਨੇ, ਗੁਰੂ ਮਹਾਰਾਜ ਜੀ ਉਹਨਾਂ 'ਤੇ ਦਇਆਵਾਨ ਹੁੰਦੇ ਨੇ, ਉਹਨਾਂ ਦੀਆਂ ਸਭੇ ਮਨੋਕਾਮਨਾ, ਸਭੇ ਇੱਛਾਵਾਂ ਪੂਰਨ ਕਰਦੇ ਨੇ। ਪ੍ਰੇਮ ਤਾਰ ਗੁਰ ਨਾਮ ਮਨ, ਗਲ ਪਾਵੋ ਮਾਲ। ਦਰਸ਼ਨ ਕਰ ਗੁਰ ਚਰਨ ਕੋ, ਤਬ ਹੀ ਪੈ ਨਿਹਾਲ। ਪ੍ਰੇਮ ਤਾਰ ਗੁਰਨਾਮ ਮਲ। ਕਿ ਪ੍ਰੇਮ ਰੂਪੀ ਧਾਗਾ ਲੈਣਾ ਹੈ ਔਰ ਸਤਿਗੁਰੂ ਦੇ ਨਾਮ ਰੂਪੀ ਮਣ ਕੇ ਲੈਣੇ ਨੇ, ਔਰ ਇਸ ਦੀ ਮਾਲਾ ਬਣਾ ਕਰਕੇ ਮਨ ਦੇ ਗਲ ਵਿੱਚ ਪਾਉਣੀ ਹੈ। ਅਸੀਂ ਬਾਹਰ ਫੁੱਲਾਂ ਦੀਆਂ ਮਾਲਾਵਾਂ ਤਿਆਰ ਕਰਦੇ ਹਾਂ, ਫੁੱਲਾਂ ਦੇ ਹਾਰ ਤਿਆਰ ਕਰਦੇ ਹਾਂ, ਧਾਗੇ ਵਿੱਚ ਫੁੱਲ ਪਰੋ ਲੈਂਦੇ ਹਾਂ ਔਰ ਜਿਸ ਤੋਂ ਖੁਸ਼ ਹਾਂ ਉਸ ਦੇ ਗਲੇ ਵਿੱਚ ਪਾਉਂਦੇ ਹਾਂ। ਇੱਥੇ ਗੁਰੂ ਮਹਾਰਾਜ ਜੀ ਕਹਿੰਦੇ ਨੇ ਕਿ ਤਾਰ ਜਿਹੜੀ ਹੈ, ਧਾਗਾ ਜਿਹੜਾ ਹੈ, ਉਹ ਆਪਣੇ ਪ੍ਰੇਮ ਦਾ ਸਤਿਗੁਰ ਦੇ ਨਾਲ ਜਿਹੜਾ ਪ੍ਰੇਮ ਹੈ, ਪ੍ਰੇਮ ਰੂਪੀ ਧਾਗਾ ਲੈਣਾ ਹੈ ਔਰ ਸਤਿਗੁਰ ਦੇ ਨਾਮ ਰੂਪੀ ਮਣਕੇ ਨੂੰ ਲੈ ਕਰਕੇ ਉਸ ਦੀ ਮਾਲਾ ਬਣਾ ਕਰਕੇ ਮਨ ਦੇ ਗਲ ਵਿੱਚ ਪਾ ਦੇਣੀ ਹੈ ਔਰ ਇਹ ਮਨ ਜਿਹੜਾ ਹੈ ਗੁਰੂ ਚਰਨਾਂ ਦੇ ਨਾਲ ਜੁੜ ਜਾਵੇ। ਇਹ ਮਨ ਦਾ ਜੁੜਨਾ ਜਿਹੜਾ ਹੈ ਗੁਰੂ ਨਾਲ ਬਹੁਤ ਜ਼ਰੂਰੀ ਹੈ। ਜਦੋਂ ਮਨ ਗੁਰੂ ਚਰਨਾਂ ਨਾਲ ਲੱਗ ਗਿਆ, ਜਿਸ ਨੇ ਮਨ ਨੂੰ ਜਿੱਤ ਲਿਆ, ਉਸ ਨੇ ਮਾਨੋ ਕਿ ਸਾਰੇ ਸੰਸਾਰ ਨੂੰ ਜਿੱਤ ਲਿਆ ਹੈ। ਇਸ ਮਨ ਨੂੰ ਹਮੇਸ਼ਾ ਆਪਣੇ ਗੁਰੂ ਚਰਨਾਂ ਨਾਲ ਜੋੜ ਕਰਕੇ ਰੱਖਣਾ। ਵੇਖੋ ਕਿ ਸਵਾਸ ਚੱਲ ਰਹੇ ਨੇ ਔਰ ਇਹਨਾਂ ਸਵਾਸਾਂ ਦੇ ਨਾਲ ਹਰ ਜੀਵ ਦੇ ਅੰਦਰ ਸਵਾਸ ਮਾਲਕ ਦਾ ਨਾਮ ਤੁਨਕਾਰ ਦੇ ਰਿਹਾ ਹੈ ਔਰ ਉਸ ਨੂੰ ਉਜਾਗਰ ਕਰਨ ਦੀ ਲੋੜ ਹੈ। ਉਹ ਉਜਾਗਰ ਤਦ ਹੋਵੇਗਾ ਜਦੋਂ ਅਸੀਂ ਗੁਰੂ ਦੀ ਸ਼ਰਨ ਵਿੱਚ ਜਾ ਕਰਕੇ ਉਹਦੇ ਦੱਸੇ ਢੰਗ ਤਰੀਕੇ ਦੇ ਮੁਤਾਬਕ ਚੱਲਾਂਗੇ। ਜੋ ਸਾਨੂੰ ਵਿਧ ਦੱਸਦੇ ਨੇ, ਜੋ ਤਰੀਕਾ ਦੱਸਦੇ ਨੇ, ਉਸ ਨੂੰ ਅਪਣਾ ਕਰਕੇ ਜਦੋਂ ਇਹ ਜੀਵ ਉਸ 'ਤੇ ਅਮਲ ਕਰਕੇ ਚੱਲਦਾ ਹੈ, ਵਿਧ ਮੁਤਾਬਕ ਨਾਮ ਦੀ ਰਟ ਲਗਾਉਂਦਾ ਹੈ, ਅਤੇ ਗੁਰੂ ਪਿਆਰਿਓ ਫਿਰ ਇੱਕ ਦਿਨ ਉਹ ਇਹਨਾਂ ਸਵਾਸਾਂ ਦੇ ਨਾਲ ਸਵਾਸ ਚੱਲ ਰਹੇ ਨਾਮ ਨੂੰ ਪ੍ਰਗਟ ਕਰ ਲੈਂਦਾ ਹੈ। ਸਵਾਸਾਂ ਦੇ ਨਾਲ ਨਾਮ ਚੱਲਣ ਲੱਗ ਪੈਂਦਾ ਹੈ। ਜਦੋਂ ਮਰਜ਼ੀ ਕੋਈ ਆਪਣਾ ਕਾਰਜ ਕਰੀਏ, ਕਿਸੇ ਨਾਲ ਕੋਈ ਗੱਲਬਾਤ ਕਰੀਏ, ਪਰ ਜਿਹੜਾ ਨਾਮ ਹੈ ਉਹ ਬਹਿੰਦਿਆਂ, ਉੱਠਦਿਆਂ, ਸੁੱਤਿਆਂ, ਜਾਗਦਿਆਂ ਹਮੇਸ਼ਾ ਹਿਰਦੇ ਵਿੱਚ ਸਵਾਸਾਂ ਦੇ ਨਾਲ
ਚੱਲਣ ਲੱਗ ਜਾਂਦਾ ਹੈ। ਇਸ ਕਰਕੇ ਗੁਰੂ ਸਾਹਿਬਾਨ ਨੇ ਬਾਣੀ ਵਿੱਚ ਉਚਾਰਨ ਕੀਤਾ ਹੈ ਕਿ ਸਵਾਸ ਸਵਾਸ ਤੁਝ ਨਾਮ ਸੰਭਾਰੂ, ਤੁਮਹੇ ਭੇਟ ਮਮ ਮਨ ਹਰਸਾਈ। ਤੁਮ ਹੋ ਦਿਆਲ ਕਿਰਪਾਲ ਕਰੁਣਾਨਿਧ, ਤੁਮਹ ਦੀਨ ਬੰਧ ਰਘੁਰਾਈ। ਸੱਚੇ ਪਾਤਸ਼ਾਹ ਤੁਸੀਂ ਦਿਆਲੂ ਹੋ, ਕਿਰਪਾਲੂ ਹੋ, ਦਇਆਵਾਨ ਹੋ, ਤੁਸੀਂ ਦੀਨ ਦੁਖੀਆਂ ਦੇ ਉੱਤੇ ਦਇਆ ਕਰਨ ਵਾਲੇ ਹੋ, ਉਹਨਾਂ ਨੂੰ ਮਾਣ ਸਤਿਕਾਰ ਬਖਸ਼ਣ ਵਾਲੇ ਹੋ। ਕਿਰਪਾ ਕਰੋ ਮੈਂ ਸਵਾਸ ਸਵਾਸ ਆਪ ਜੀ ਦਾ ਨਾਮ ਦਾ ਸਿਮਰਨ ਕਰਾਂ, ਔਰ ਤੁਮੇ ਭੇਂਟ ਮਮ ਮਨ ਹਰਸਾਈ। ਆਪ ਦੇ ਚਰਨ ਕਮਲਾਂ ਵਿੱਚ ਇਹ ਮੇਰਾ ਮਨ ਜੁੜ ਜਾਵੇ ਔਰ ਹਮੇਸ਼ਾ ਮੈਂ ਆਨੰਦ ਮਾਨਾਂ ਆਪ ਦੇ ਚਰਨ ਕਮਲਾਂ ਵਿੱਚ ਰਹਿ ਕਰਕੇ। ਹੁਣ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ, ਭਾਗਾਂ ਵਾਲੇ ਜੀਵ ਨੇ ਜਿਹੜੇ ਸਤਿਗੁਰ ਦੀ ਸ਼ਰਨ ਵਿੱਚ ਜਾ ਕਰਕੇ ਸਤਿਗੁਰ ਦੁਆਰਾ ਦੱਸੇ ਗੁਰੂ ਮੰਤਰ ਦਾ ਸਤਿਗੁਰ ਦੀ ਵਿਧੀ ਦੁਆਰਾ ਅਭਿਆਸ ਕਰਦੇ ਨੇ। ਉਹ ਸਤਿਗੁਰ ਦੀ ਦਇਆ ਪ੍ਰਾਪਤ ਕਰਦੇ ਨੇ। ਔਰ ਦਰਸ਼ਨ ਕਰ ਗੁਰੂ ਚਰਨ ਕੋ ਤਬ ਹੀ ਭਏ ਨਿਹਾਲ। ਜਦੋਂ ਫਿਰ ਉਹ ਗੁਰੂ ਚਰਨਾਂ ਨਾਲ ਜੁੜ ਜਾਂਦੇ ਨੇ, ਸਤਿਗੁਰ ਦੇ ਅੰਦਰੋਂ ਦਰਸ਼ਨ ਦੀਦਾਰ ਕਰਦੇ ਨੇ, ਤੇ ਉਹ ਨਿਹਾਲੋ ਨਿਹਾਲ ਹੋ ਜਾਂਦੇ ਨੇ, ਕਿਉਂਕਿ ਉਹ ਆਪ ਵੀ ਨਿਹਾਲ ਹੈ, ਤੇ ਜਿਹੜਾ ਉਸ ਨਾਲ ਮਿਲਾਪ ਕਰਦਾ ਹੈ ਉਹ ਵੀ ਨਿਹਾਲ ਹੋ ਜਾਂਦਾ ਹੈ। ਨਿਹਾਲ 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 ਹੈ ਵਹਿ ਕਰਤਾਰ ਨਿਹਾਲ। ਔਰ ਜਿਸ ਤਰ੍ਹਾਂ ਦੀ ਅਸੀਂ ਸੰਗਤ ਕਰਨੀ ਹੈ ਉਸ ਤਰ੍ਹਾਂ ਦੇ ਅਸੀਂ ਹੋ ਜਾਣਾ ਹੈ। ਜਿਸ ਨੇ ਗੁਰੂ ਦੀ ਸ਼ਰਨ ਵਿੱਚ ਜਾ ਕਰਕੇ ਉਸ ਦੀ ਸੰਗਤ ਵਿੱਚ ਜਾਣਾ ਹੈ, ਉਸ ਦੀ ਸੰਗਤ ਕਰਨੀ ਹੈ, ਉਸ ਨੂੰ ਵੀ ਉਸੇ ਤਰ੍ਹਾਂ ਦਾ ਰੰਗ ਚੜ੍ਹਨਾ ਸ਼ੁਰੂ ਹੋ ਜਾਂਦਾ ਹੈ। ਜਦੋਂ ਅੰਦਰੋਂ ਉਸ ਨਾਲ ਮਿਲਾਪ ਕਰ ਲੈਂਦਾ ਹੈ, ਜਿਵੇਂ ਉਹ ਨਿਹਾਲ ਹੋ ਕਰਕੇ ਬੈਠਾ ਹੈ ਆਪ ਵਾਸਤੇ ਮਿਲਣ ਲਈ ਆਪਣੇ ਜੀਵ ਨੂੰ, ਇਵੇਂ ਫਿਰ ਇਹ ਜੀਵ ਵੀ ਆਪਣੇ ਸਤਿਗੁਰ ਦੇ ਦਰਸ਼ਨ ਦੀਦਾਰ ਕਰਕੇ ਨਿਹਾਲ ਹੋ ਜਾਂਦਾ ਹੈ। ਸਾਰੇ ਭਰਮ ਭੁਲੇਖੇ ਦੂਰ ਹੋ ਜਾਂਦੇ ਨੇ। ਹੁਣ ਜਦੋਂ ਪਹਿਲੇ ਤੇ ਜੀਵ ਜਿਹੜਾ ਹੈ ਇਹ ਭਰੋਸਾ ਨਹੀਂ ਕਰਦਾ, ਗੁਰੂ ਮਹਾਰਾਜ ਜੀ ਨੇ ਇਸੇ ਕਰਕੇ ਸਾਨੂੰ ਸੰਬੋਧਿਤ ਕੀਤਾ ਹੈ ਕਿ ਤੁਝੇ ਭਰੋਸਾ ਨਾ ਪੜੇ ਇਸ ਕਾਰਨ ਕੰਗਾਲ, ਕਿ ਤੈਨੂੰ ਭਰੋਸਾ ਹੀ ਨਹੀਂ ਹੈ, ਇਸ ਕਰਕੇ ਇਹ ਜੀਵ ਜਿਹੜਾ ਹੈ ਦੁੱਖ ਸਹਿਣ ਕਰ ਰਿਹਾ ਹੈ, ਖਾਲੀ ਝੋਲੀ ਦਰ ਬਦਰ ਭਟਕਦਾ ਫਿਰਦਾ ਹੈ। ਜਦੋਂ ਸਤਿਗੁਰੂ ਦਇਆਵਾਨ ਹੁੰਦੇ ਨੇ ਫਿਰ ਇਸ 'ਤੇ ਦਇਆ ਕਰਕੇ ਇਸ ਨੂੰ ਸੱਚ ਤੋਂ ਜਾਣੂ ਕਰਵਾਉਂਦੇ ਨੇ ਜੀਵ ਨੂੰ। ਦਇਆਵਾਨ ਤੇ ਜਿਵੇਂ ਬੇਨਤੀ ਕੀਤੀ ਉਦੋਂ ਹੋਣਗੇ ਨਾ ਜਦੋਂ ਅਸੀਂ ਉਹਨਾਂ ਦੇ ਦੱਸੇ ਹੋਏ ਮਾਰਗ 'ਤੇ ਚੱਲਾਂਗੇ। ਫਿਰ ਉਹ ਖੁਸ਼ ਹੋ ਕਰਕੇ ਸਾਰੇ ਜੀਵ ਦੇ ਭਰਮ ਭੁਲੇਖੇ ਦੂਰ ਕਰ ਦਿੰਦੇ ਨੇ, ਗਿਆਨ ਦੀ ਬਖਸ਼ਿਸ਼ ਕਰਦੇ ਨੇ। ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਤਿਨਾਂ ਦੇ ਬਹੁਤ ਪਰਮ ਭਗਤ ਬੀਬੀ ਇੰਦੂਮਤੀ ਜੀ ਹੋਏ ਨੇ, ਜਿਹੜੇ ਬਹੁਤ ਹੀ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਦੇ ਚਰਨ ਕਮਲਾਂ ਨੂੰ ਪ੍ਰੇਮ ਕਰਦੇ ਨੇ, ਸਤਿਗੁਰਾਂ ਦੇ ਦੱਸੇ ਹੋਏ ਮਾਰਗ 'ਤੇ ਚੱਲਦੇ ਨੇ। ਪਰ ਜਿਵੇਂ ਬੇਨਤੀ ਕੀਤੀ ਕਿ ਕਿਤੇ ਨਾ ਕਿਤੇ ਭਰਮ ਭੁਲੇਖਾ ਹੁੰਦਾ ਹੈ ਮਨ ਦੇ ਅੰਦਰ, ਕੁਝ ਮਨ ਦੇ ਅੰਦਰ ਵਿਚਾਰਾਂ ਵੀ ਨੇ ਕਿ ਉਹ ਪ੍ਰਮਾਤਮਾ ਕਿਸ ਤਰ੍ਹਾਂ ਦਾ ਹੋਵੇਗਾ, ਉਹ ਕਿਵੇਂ ਮੈਨੂੰ ਮਿਲੇਗਾ, ਉਸ ਨੂੰ ਮਿਲਾਂ ਤੇ ਕੀ ਮੈਂ ਅਨੁਭਵ ਕਰਾਂਗਾ। ਇਸ ਤਰ੍ਹਾਂ ਦੇ ਵਿਚਾਰ ਹਰ ਜੀਵ ਦੇ ਅੰਦਰ ਹੁੰਦੇ ਨੇ ਜਿਹੜੇ ਪਰਮਾਰਥ ਦੇ ਰਸਤੇ 'ਤੇ ਚੱਲਦੇ ਨੇ। ਹੁਣ ਇੰਦੂਮਤੀ ਜੀ ਵੀ ਇਹ ਭਾਵਨਾ ਮਨ ਵਿੱਚ ਲੈ ਕਰਕੇ ਰਹਿੰਦੇ ਨੇ ਔਰ ਸਤਿਗੁਰ ਦੇ ਨਾਮ ਦੇ ਨਾਲ ਜੁੜੇ ਹੋਏ ਨੇ। ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਦੀ ਸ਼ਰਨ ਵਿੱਚ ਆਏ ਤੇ ਅਕਸਰ ਬੇਨਤੀ ਕਰਨੀ ਕਿ ਸੱਚੇ ਪਾਤਸ਼ਾਹ ਸਾਨੂੰ ਵੀ ਉਸ ਪਰਮਾਤਮਾ ਦੇ ਨਾਲ ਮਿਲਾਪ ਕਰਵਾ ਦਿਓ, ਸਾਡੇ 'ਤੇ ਕਿਰਪਾ ਕਰੋ, ਦਇਆ ਕਰੋ, ਮਿਹਰ ਕਰੋ, ਉਸ ਦੇ ਦਰਸ਼ਨ ਦੀਦਾਰ ਕਰਵਾ ਦਿਓ। ਇੱਕ ਦਿਨ ਕਬੀਰ ਸਾਹਿਬ ਮਹਾਰਾਜ ਜੀ ਦਇਆਵਾਨ ਹੋਏ, ਆਪਣੇ ਭਗਤ ਤੋਂ ਬਹੁਤ ਖੁਸ਼ ਹਨ ਇੰਦੂਮਤੀ ਜੀ ਤੋਂ ਕਿ ਦਿਲ ਦੇ ਬੜੇ ਸਾਫ਼ ਨੇ, ਨਿਤਨੇਮ ਜਿਹੜਾ ਹੈ ਉਹ ਕਰਦੇ ਨੇ ਔਰ ਚੱਲਦਿਆਂ ਉੱਠਦਿਆਂ ਬਹਿੰਦਿਆਂ ਮਾਲਕ ਦੇ ਨਾਮ ਦੇ ਨਾਲ ਹਮੇਸ਼ਾ ਜੁੜੇ ਰਹਿੰਦੇ ਨੇ, ਬਰਤਨ ਸਾਫ਼ ਹੈ। ਕਬੀਰ ਸਾਹਿਬ ਮਹਾਰਾਜ ਜੀ ਉਹਨਾਂ ਨੇ ਕੋਲ ਬਿਠਾ ਕਰਕੇ ਜਦੋਂ ਉਹਨਾਂ ਨੂੰ ਦੱਸੀ ਵਿਧੀ ਦੇ ਮੁਤਾਬਕ ਭਜਨ ਸਿਮਰਨ ਕਰਨ ਵਾਸਤੇ ਹੁਕਮ ਕੀਤਾ ਹੈ ਤੇ ਇੰਦੂਮਤੀ ਜੀ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਦੇ ਪਾਸ ਬੈਠ ਕਰਕੇ ਦੱਸੇ ਢੰਗ ਤਰੀਕੇ ਦੇ ਨਾਲ ਭਜਨ ਕਰਨ ਲੱਗੇ ਨੇ ਔਰ ਪਾਸ ਕਬੀਰ ਸਾਹਿਬ ਬੈਠੇ ਹੋਏ ਨੇ। ਉਹਨਾਂ ਨੇ ਜਦੋਂ ਦਇਆ ਕੀਤੀ, ਮਿਹਰ ਕੀਤੀ ਹੈ, ਕਿਰਪਾ ਕੀਤੀ, ਕੁਝ ਤਵੱਜੋ ਦਿੱਤੀ ਹੈ ਤੇ ਇੰਦੂਮਤੀ ਜੀ ਦੇ ਅੰਦਰਲੇ ਜਿਹੜੇ ਕਵਾੜ ਨੇ ਉਹ ਖੁੱਲ੍ਹ ਜਾਂਦੇ ਨੇ, ਅੰਦਰਲਾ ਭੇਦ ਉਜਾਗਰ ਹੋ ਜਾਂਦਾ ਹੈ। ਅੰਦਰੋਂ ਕਬੀਰ ਸਾਹਿਬ ਮਹਾਰਾਜ ਜੀ ਦੇ ਨੂਰਾਨੀ ਦਰਸ਼ਨ ਦੀਦਾਰ ਹੋਣ ਲੱਗੇ ਨੇ। ਜਦੋਂ ਅੰਦਰਲੀ ਮੌਜ ਦੇਖੀ ਹੈ, ਕਾਫੀ ਦੇਰ ਬਾਅਦ ਸੁਰਤ ਨੀਚੇ ਆਈ, ਹੋਸ਼ ਆਈ,
कबीर साहब महाराज के चरण कमलों में नमस्कार किया है, निहाल हो गए ने और कहन लगे कि सच्चे पातशाह मैं जो वेख के आई हाँ वो आप जी की दया तो बिना तो असंभव सी जो मैं अंदर वेख्या है। जेकर तुसी मैनू इत्थे ही दस दिंदे कि ਜਿਹੜੇ ਅੱਜ ਇੱਥੇ बैठ के कुटिया ਦੇ ਵਿੱਚ अपनी हथीं किरस कर रहे ने, ਇਹ खड्डी ਦੇ ਉੱਤੇ कपड़ा बुन रहे ने, ਉਹੀਓ सचखंड ਦੇ ਵਿੱਚ मालक बन के बैठे हुए ने, तो मैं ਇੱਥੇ भी विश्वास कर लेना सी। पर गुरु की प्यारी साध संगत जीओ, कबीर साहब कहन लगे कि कोई संत महापुरुष इस संसार ਵਿੱਚ आ करके इस भेद ਨੂੰ उजागर नहीं करता। ਜਿਹੜੇ ਕਰਨ ਦੀ कोशिश करते हैं दुनिया वाले ਜਿਹੜੇ ने उन्हां दा हाल बुरा कर दिंदे ने, पर ਜਿਹੜੇ प्रेमी ने, ਜਿਹੜੇ गुरु नाल प्रेम पा लैंदे ने, उन्हां दे दसे हुए मार्ग ते चलदे ने, ਉਹ अंदरों अपने सतगुर ਨੂੰ पा करके सारा भेद जान लैंदे ने ते ਉਹ हमेशा आनंदमई अवस्था ਵਿੱਚ ਰਹਿੰਦੇ ਨੇ, निहाल ਰਹਿੰਦੇ ने। प्रेम तार गुरु नाम मन, गल पावो माल, दर्शन कर गुरु चरण को, तब ही पए निहाल। ਉਹ जीव ਜਿਹੜੇ अपने सतगुरु के अंदरों सतगुरु के दर्शन दीदार कर लेंदे ने, गुरु की प्यारी साध संगत जी हमेशा वो निहाल रहंदे ने। हुण गुरु की प्यारी साध संगत जी अगे उचारण करते ने, गुर चरनी लग भगत कर, त्याग मोह का जाल, गुर भगति तब पाइए, जे होवे लिखिया भाग, गुर चरनी लग भगत कर, त्याग मोह का जाल। गुरु महाराज जी कहते हैं कि दुनिया का मोह छड्ड दे और गुरु चरनां विच जुड़ करके उस अपने सतगुर के नाम की आराधना करनी है। मोह पंज विकार ने, काम, क्रोध, मोह, लोभ, हंकार, पंजों ही इस जीव के बड़े तगड़े बैरी ने। पर जिहड़ा मोह है इन्हां पंजां विचों मुख मन्निया जाता है। मोह जिहड़ा है इस दा भाव है कि जदों असी किसी नूं दिलों दिली प्रेम करते हाँ, दिल चाहते हाँ, उसनूं मोह आखदे ने। और गुरु प्यारिओ इस मोह दे करके जिहड़ी माता है वो बच्चे नूं प्यार करती है, उसका पालन पोषण करती है। मोह दे करके जिहड़ा पिता है वो अपने बच्चों की परवरिश करता है। हुण इसे मोह दे करके चारे खाणियां जिहड़ियां ने, अंडज, जेरज, सेतज और उत्पज, इन्हां चारे खाणियां दे जिहड़े जीव ने वो मोह विच फस के मोह दीआं चोटां पै खांदे ने। हर जीव दे विच ये मोह है। किसे भी तुसीं वेख लो, किसी जानवर नूं वेखो वो अपने बच्चे नूं कितना प्रेम करता है। किसी पंछी नूं वेख लो वो बच्चों के वास्ते कितना चिंतित रहता है। उन्हां वास्ते लंबियां लंबियां उडारियां दिन रात करके वो चोग लिया लिया के उन्हां दी झुंझ दे विच पांदा है, मूँह विच डालदा है। ये मोह दे खिचे हुए ने। चाहे किसी पशु नूं वेख लईए, पंछी नूं वेख लईए, जानवर नूं वेख लईए, इंसान नूं वेख लो, मोह जिहड़ा हर जीव दे विच काम कर रहा है। और जिहड़े जीव इस मोह विच फसे ने, गुरु साहब कहंदे ने कि वो मोह विच फस करके बहुत बुरे हाल दे विचों गुजरते हैं। पंकज मोह पग नहीं चालै, हम देखा तह डूबी अले। पंकज कहंदे ने चिक्कड़ नूं कि ये मोह रूपी चिक्कड़ दे विच जिहड़े फस गए, गुरु महाराज जी कहंदे वो बहुत घट निकलते वेखे ने। असीं ज़्यादातर उन्होंने डुबदियां ही वेखिया है। किसी ने पुत्र मोह कर लिया है, किसी ने इस्त्री मोह कर लिया है, किसी ने धन दौलत का मोह कर लिया है। भाव कि असीं इस संसार दे नाल मोह कीता होया है
ਔਰ ਇਸ ਸੰਸਾਰ ਦੀਆਂ ਵਸਤੂਆਂ ਨਾਲ ਮੋਹ ਕਰਕੇ ਅਸੀਂ ਇਹਨਾਂ ਨੂੰ ਇਕੱਠਾ ਕੀਤਾ ਹੈ। ਇਹਨਾਂ ਦਾ ਮਾਣ ਹੰਕਾਰ ਵੀ ਫਿਰ ਕਰ ਬੈਠੇ ਹਾਂ। ਬਾਕੀ ਮੋਹ ਕਰਕੇ ਸਭ ਕੁਝ ਨਾਲ ਦੀ ਨਾਲ ਫਿਰ ਚੱਲਦਾ ਆਉਂਦਾ ਹੈ, ਜਿਨ੍ਹਾਂ ਦੇ ਕਰਕੇ ਅਸੀਂ ਦੁੱਖ ਪਾਉਂਦੇ ਹਾਂ। ਜਬ ਕਛ ਪਾਵੈ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਣ ਲਗਤ ਹੈ। ਕਿ ਜਿਨ੍ਹਾਂ ਨਾਲ ਮੋਹ ਕੀਤਾ ਹੈ ਉਹ ਸਦਾ ਵਾਸਤੇ ਤੇ ਸਾਡੇ ਕੋਲ ਸੰਸਾਰ ਵਿੱਚ ਰਹਿਣ ਵਾਲੇ ਨਹੀਂ ਹੈ, ਕਿਉਂਕਿ ਸੰਸਾਰ ਨਾਸ਼ਵਾਨ ਹੈ। ਸੰਸਾਰ ਨਾਲ ਅਸੀਂ ਮੋਹ ਕੀਤਾ ਹੈ ਔਰ ਸੰਸਾਰ ਹੌਲੀ ਹੌਲੀ ਕਰਕੇ ਜਿਹੜਾ ਸਾਡਾ ਸਾਥ ਛੱਡਦਾ ਜਾ ਰਿਹਾ ਹੈ। ਔਰ ਜਦੋਂ ਜਿਨ੍ਹਾਂ ਨਾਲ ਮੋਹ ਹੁੰਦਾ ਹੈ ਉਹ ਸਾਡੇ ਕੋਲੋਂ ਵਿਛੜਦੇ ਨੇ, ਸਾਡੇ ਕੋਲੋਂ ਉਹਨਾਂ ਦਾ ਵਿਛੋੜਾ ਫਿਰ ਸਹਿਣ ਨਹੀਂ ਹੁੰਦਾ ਹੈ। ਇਹ ਜੀਵ ਫਿਰ ਉਹਨਾਂ ਨੂੰ ਯਾਦ ਕਰਕੇ ਦੁਖੀ ਹੁੰਦਾ ਹੈ, ਰੋਂਦਾ ਕੁਰਲਾਉਂਦਾ ਹੈ। ਹਉਮੈ ਮਮਤਾ ਮੋਹ ਛੂਟਾ, ਜਾ ਸੰਗ ਮਿਲਿਆ ਸਾਧੈ। ਜਨ ਕਹਿ ਨਾਨਕ ਮੁਕਤ ਹੁਆ, ਹਰ ਹਰ ਨਾਮ ਅਰਾਧ ਹੈ। ਹੁਣ ਗੁਰੂ ਮਹਾਰਾਜ ਜੀ ਕਹਿੰਦੇ ਕਿ ਕਦੋਂ ਇਸ ਮੋਹ ਤੋਂ ਛੁਟਕਾਰਾ ਪਵੇ? ਕਿ ਜਦੋਂ ਇਹ ਜੀਵ ਨੇ ਪੂਰਨ ਸੰਤਾਂ ਦੀ ਸੰਗਤ ਕੀਤੀ ਹੈ, ਸੰਤਾਂ ਦੀ ਸੰਗਤ ਵਿੱਚ ਜਾ ਕਰਕੇ ਨਾਮ ਪ੍ਰਾਪਤ ਕੀਤਾ ਹੈ, ਨਾਮ ਪ੍ਰਾਪਤ ਕਰਕੇ ਉਸ ਨਾਮ ਦੀ ਆਰਾਧਨਾ ਕੀਤੀ ਹੈ। ਫਿਰ ਇਹ ਕਾਮ ਕ੍ਰੋਧ ਮੋਹ ਲੋਭ ਹੰਕਾਰ ਜਿਹੜੇ ਨੇ ਇਹ ਹੌਲੀ ਹੌਲੀ ਫਿਰ ਪਿੱਛੇ ਹਟਣਾ ਸ਼ੁਰੂ ਹੋ ਜਾਂਦੇ ਨੇ। ਕਿਉਂਕਿ ਮਨ ਦੀ ਅਵਸਥਾ ਜਿਹੜੀ ਹੈ, ਉਸ ਚੰਚਲ ਮਨ ਜਿਹੜਾ ਹੈ ਇਹ ਹਮੇਸ਼ਾ ਲੱਜਤ ਦਾ ਪਿਆਸਾ ਹੈ। ਇਹ ਇੱਕ ਚੀਜ਼ ਨੂੰ ਪ੍ਰਾਪਤ ਕਰਨ ਵਾਸਤੇ ਦੌੜਦਾ ਹੈ, ਉਹਦੇ ਨਾਲ ਮੋਹ ਕਰਦਾ ਹੈ। ਜਦੋਂ ਉਸ ਨੂੰ ਪ੍ਰਾਪਤ ਕਰ ਲੈਂਦਾ, ਉਹਦੇ ਕੋਲੋਂ ਮੋਹ ਭੰਗ ਹੁੰਦਾ, ਫਿਰ ਦੂਸਰੀ ਵਸਤੂ ਦੇ ਨਾਲ ਮੋਹ ਪਾ ਲੈਂਦਾ ਹੈ, ਫਿਰ ਉਹਦੇ ਪਿੱਛੇ ਦੌੜਦਾ ਹੈ। ਸੰਸਾਰ ਦੇ ਵਿੱਚ ਮਨ ਜਿਹੜਾ ਸਭ ਤੋਂ ਤੇਜ਼ ਦੌੜਿਆ ਫਿਰਦਾ ਹੈ, ਕਦੀ ਕਿਸੇ ਪਾਸੇ ਭਟਕਦਾ, ਕਦੇ ਕਿਸੇ ਪਾਸੇ ਭਟਕਦਾ ਹੈ। ਔਰ ਜਦੋਂ ਇਸ ਨੂੰ ਅੰਦਰ ਗੁਰੂ ਦੇ ਚਰਨਾਂ ਦੇ ਨਾਲ ਮੋਹ ਪੈ ਜਾਂਦਾ ਹੈ, ਪਿਆਰ ਪੈ ਜਾਂਦਾ ਹੈ, ਉਸ ਸਮੇਂ ਫਿਰ ਬਾਹਰੀ ਮੋਹ ਜਿਹੜਾ ਹੈ ਉਹ ਫਿੱਕਾ ਪੈਣਾ ਸ਼ੁਰੂ ਹੋ ਜਾਂਦਾ ਹੈ। ਫਿਰ ਦੁਨੀਆ ਵੱਲੋਂ ਮੋਹ ਫਿੱਕਾ ਪੈ ਜਾਂਦਾ ਹੈ, ਗੁਰੂ ਨਾਲ ਮੋਹ ਜਿਹੜਾ ਹੈ ਉਹ ਪੈਣਾ ਸ਼ੁਰੂ ਹੋ ਜਾਂਦਾ। ਜਿਹੜਾ ਸੱਚਾ ਹੈ, ਜਿਹੜਾ ਕਦੇ ਸਾਥ ਨਹੀਂ ਛੱਡਦਾ, ਜਿਹੜਾ ਕਦੇ ਦੁੱਖ ਨਹੀਂ ਦਿੰਦਾ, ਦੁੱਖਾਂ ਦਾ ਨਾਸ ਕਰਦਾ ਹੈ, ਜਿਹੜਾ ਹਮੇਸ਼ਾ ਸੁੱਖ ਹੀ ਪ੍ਰਦਾਨ ਆਪਣੇ ਜੀਵ ਨੂੰ ਕਰਦਾ ਹੈ। ਗੁਰੂ ਕੀ ਪਿਆਰੀ ਸਾਧ ਸੰਗਤ ਜੀ, ਜਦੋਂ ਉਸ ਨਾਲ ਮੋਹ ਕਰ ਲਿਆ, ਸਤਿਗੁਰੂ ਦੇ ਚਰਨਾਂ ਨਾਲ ਪ੍ਰੇਮ ਪਾ ਲਿਆ, ਫਿਰ ਇਹਨਾਂ ਦੁਨੀਆਦਾਰੀ ਦੇ ਮੋਹ ਨਾਲੋਂ ਖਤਮ ਹੋ ਜਾਂਦਾ ਹੈ ਔਰ ਮਾਲਕ ਨਾਲ ਮੋਹ ਪਾ ਕਰਕੇ ਇਹ ਆਪਣੇ ਮੂਲ ਘਰ ਵਾਪਸੀ ਕਰ ਲੈਂਦਾ ਹੈ। ਭਾਗਾਂ ਵਾਲੇ ਜੀਵ ਨੇ ਜਿਹੜੇ ਸਤਿਗੁਰ ਦੀ ਸ਼ਰਨ ਵਿੱਚ ਜਾ ਕਰਕੇ ਗੁਰੂ ਚਰਨੀ ਲਗ ਭਗਤ ਕਰ, ਗੁਰੂ ਚਰਨਾਂ ਨਾਲ ਲੱਗ ਕੇ ਪ੍ਰੇਮ ਕਰਦੇ ਨੇ, ਪਿਆਰ ਕਰਦੇ ਨੇ ਔਰ ਇਸ ਮੋਹ ਦੇ ਜਾਲ ਵਿੱਚੋਂ ਨਿਕਲਦੇ ਨੇ। ਗੁਰੂ ਭਗਤੀ ਤਬ ਪਾਈਏ, ਜੇ ਹੋਵੇ ਲਿਖਿਆ ਭਾਗ। ਪਰ ਇਹ ਜਿਹੜੀ ਭਗਤੀ ਹੈ ਉਹ ਵੀ ਤਦ ਹੀ ਹੁੰਦੀ ਹੈ ਜੇਕਰ ਗੁਰੂ ਮਹਾਰਾਜ ਨੇ ਸਾਡੇ ਭਾਗਾਂ ਵਿੱਚ ਲਿਖਿਆ ਹੋਵੇ। ਬਿਨ ਭਾਗਾਂ ਸਤਸੰਗ ਨਾ ਲੱਭੈ। ਬਿਨਾਂ ਭਾਗਾਂ ਤੋਂ ਤੇ ਅਸੀਂ ਸੰਗਤ ਵਿੱਚ ਵੀ ਜਾ ਕਰਕੇ ਬੈਠ ਨਹੀਂ ਸਕਦੇ। ਉਹਦੇ ਨਾਮ ਦੀ ਆਰਾਧਨਾ ਕਰਨੀ, ਭਗਤੀ ਕਰਨੀ, ਭਗਤੀ ਕਰਕੇ ਉਸ ਨਾਲ ਮਿਲਾਪ ਕਰਨਾ ਤਾਂ ਵੱਡੀ ਬਹੁਤ ਦੂਰ ਦੀ ਗੱਲ ਹੈ। ਜਦੋਂ ਸਤਿਗੁਰੂ ਕਿਰਪਾ ਕਰਦੇ ਨੇ, ਕਿਸੇ ਦੇ ਚੰਗੇ ਲੇਖ ਲਿਖ ਦਿੰਦੇ ਨੇ, ਤੇ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਉਹੀ ਜੀਵ ਭਗਤੀ ਕਰ ਸਕਦਾ ਹੈ, ਉਹੀ ਗੁਰੂ ਦੇ ਨਾਮ ਦੀ ਆਰਾਧਨਾ ਕਰ ਸਕਦਾ ਹੈ। ਜਿਹੜੇ ਜੀਵ ਸਤਿਗੁਰ ਦੇ ਚਰਨਾਂ ਨਾਲ ਜੁੜ ਕਰਕੇ ਬੈਠਦੇ ਨੇ ਉਹ ਆਪਣੇ ਆਪ ਨੂੰ ਭਾਗਾਂ ਵਾਲੇ ਸਮਝੀਏ ਕਿ ਭਾਈ ਸਾਡੇ 'ਤੇ ਸਤਿਗੁਰ ਨੇ ਕਿਰਪਾ ਕੀਤੀ ਹੋਈ ਹੈ, ਸਾਡੇ ਚੰਗੇ ਭਾਗ ਲਿਖੇ ਹੋਏ ਨੇ ਜਿਹੜੇ ਅਸੀਂ ਸਤਿਗੁਰ ਦੇ ਨਾਮ ਦੇ ਨਾਲ ਜੁੜ ਕਰਕੇ ਬੈਠੇ। ਸਤਿਗੁਰ ਦੀ ਦਇਆ ਕਿਰਪਾ ਮਿਹਰ ਸਦਕਾ ਹੈ। ਗੁਰੂ ਪਿਆਰਿਓ, ਸਤਿਗੁਰ ਦੇ ਲੇਖ ਜਿਸ ਤਰ੍ਹਾਂ ਦੇ ਜੀਵ ਨੇ ਕਰਮ ਕੀਤੇ ਨੇ ਉਸ ਤਰ੍ਹਾਂ ਦੇ ਲਿਖੇ ਜਾਂਦੇ ਨੇ। ਜੀ ਜੰਤ ਜਹਾਂ ਜਹਾਂ ਲੱਗ ਕਰਮ ਕੇ ਵਸ ਜਾਏ, ਕਾਲ ਫਾਸ ਅਵਧ ਲਾਗੇ ਕਛ ਨਾ ਚੱਲਿਓ ਪਾਈ। ਇਸ ਜੀਵ ਦੀ ਕੋਈ ਬਾਹ ਪੀਛ ਨਹੀਂ ਚੱਲ ਸਕਦੀ, ਇਹ ਕੋਈ ਉਹਦਾ ਉਪਾਅ ਨਹੀਂ ਲੱਭ ਸਕਦਾ। ਜਿਨ੍ਹਾਂ 'ਤੇ ਗੁਰੂ ਮਹਾਰਾਜ ਨੇ ਦਇਆ ਕਿਰਪਾ ਮਿਹਰ ਕੀਤੀ ਹੈ ਉਹ ਹੀ ਗੁਰਮੁਖ ਪਿਆਰੇ ਜਿਹੜੇ ਨੇ ਸਤਿਗੁਰ ਦੀ ਸ਼ਰਨ ਵਿੱਚ ਚਲੇ ਜਾਂਦੇ ਨੇ, ਸਤਿਗੁਰ ਦੇ ਨਾਮ ਦੀ ਆਰਾਧਨਾ ਕਰਕੇ ਸਤਿਗੁਰ ਨੂੰ ਅੰਦਰੋਂ ਪ੍ਰਾਪਤ ਕਰਦੇ ਨੇ। ਦਾਸਾ ਭਗਤੀ ਇਹੀ ਹੈ, ਸਪਤਮ ਜਾਨੋ ਲਾਲ, ਕਰੋ ਅਭੀ ਪਛਤਾਓਗੇ, फिर हाथ ना आवे काल।
दासा भगती यही है सप्तम जानो लाल। गुरु की प्यारी साध संगत जीओ, गुरु महाराज कहते हैं कि अपने गुरु के दास हो जाना, गुरु के गुलाम हो जाना, दास तो भाव गुलाम हो जाना, ये दासा भगती है और ये 7वें प्रकार की भगती है। गुरु महाराज जी ने अपनी पावन बाणी के अंदर 9 प्रकार की भगती का वर्णन किया है। वो भगती 9 प्रकार की है। सरवण भगती, कीर्तन भगती, सिमरन भगती, पद सेवन भगती, अर्चना भगती, वंदना भगती, दासा भगती और मित्रता भगती। और 9वीं है आत्म निवेदन, अपना आप सतगुरु नूं समर्पण कर देना, अपना तन मन धन गुरु के हवाले कर देना। ये 9 प्रकार की यहाँ भगती है। और इन्हां 9 विचों 7वें प्रकार की जिहड़ी भगती गुरु महाराज जी कहते हैं कि वह दासा भगती है। गुरु के दास हो जाना, गुरु के गुलाम हो जाना। दासा भगती यही है सप्तम जानो लाल। और गुरु प्यारिओ, किसी के गुलाम हो जाना कोई छोटी मोटी गल नहीं है। अपना तन मन धन सतगुर के हवाले कर देना, सतगुर के हुक्म के पाबंद हो जाना। दिन नूं रात कहता तो रात है, रात नूं दिन कह दिता तो दिन है। धुप्पे खड़े कर दिता, हुक्म लग गया तो धुप्पे खड़ जाना, बैठण नूं कह दिता बैठ जाना। जो गुरु मालक का हुक्म है उहिओ करना है। और गुलामां दी न्याई अपने सतगुर के चरनां की सेवा करनी है। पक्खा फेरा पानी ढोवां, जो देवै सो खाई, नानक गरीब टह पिया द्वारे, हर मेल नेह वडियाई। कि सच्चे पातशाह, मैं तेरे दर दे उत्ते दासा भगती करां, मैं पक्खा झुलावां, मैं पानी ढोवां, जो तुसी मैनूं खावण वास्ते दिओ उहदे विच ही अपना शुक्र मनावां। केसा का कर बीजना, संत चौर चुलावो। कि अपने केसां दा मैं चौर बना करके आप दे चरण कमलों तो चुलावां। गुरु प्यारे, ये भगती कोई विरले विरले वीरां ने कीती है। करो अभी पछताओगे फिर हाथ न आवे काल। गुरु महाराज जी कहते कि भाई ये भगती अजे तेरे कोल समा है, ये कर लैनी चाहिए है। गुरु के चरणों का प्रेम खटना चाहिए है। जो बीत गया सो बीत गया, जितना समा तेरे पास बचिया है उस नूं अपने गुरु के नाम के लेखे लगाना है। गुरु महाराज जी उच्चारण करते हैं कि बहुत जन्म बिछड़े थे माधो, ये जन्म तुम्हारे लेखे। सच्चे पातशाह, बड़े जन्मां तो असी बिछड़े होए हाँ, हुण ए अपने जामा मानस दे ही बख्शिश की, कृपा करके इस नूं लेखे लगा लो। बहुत जन्म बिछड़े थे माधो, ये जन्म तुम्हारे लेखे, कह रविदास आस लग जीवो चिर पहओ दर्शन देखे। कृपा करके अपने चरण कमलों का प्यार बख्शिश करो, अपने नूरानी दर्शन दीदार बख्शिश करो। ये जन्म आपने मैनू बख्शिश किया है मानस दे ही, हुण मैं आप नूं समर्पित करता हाँ। कितना गुरु की प्यारी साध संगत जीओ, ये कठिन भगती है गुरु महाराज के चरण कमलों में दास बन करके रहना। गुरु महाराज जी कहते हैं कि करो अभी पछताओगे फिर हाथ ना आवे काल। कहते भी जो समा बीत गया, जिहड़ा बीत गया वो तो हाथ नहीं फिर आना। जेकर रहिंदा भी बीत गया फिर आखिरी वक्त ते पछताना ही पल्ले रह जाएगा। जन्म लिया जिहड़ा बचपना है वो खेडां दे विच खेड कूद के जिहड़ा गुजार दिता है। फिर जवानी आ गई है, जवानी में इस जीव ने अहंकार कर लिया है, मान कर लिया है, तरह तरह के भरम पाल ले ने। फिर हौली हौली समा बीतता जाता है, फिर बाल बच्चे हो गए, शादी हो गई है, अगों बच्चियां की शादी हो गई है, जवान हो गए ने, पोतरे पोतरियां हो गए ने। इस जंजाल में गया ये भी समा बीत गया। फिर देह कंबण लग पई है, अखां चों मैला चोण लग पिया है, खड़े होया नहीं जाता। गुरु महाराज जी कहते फिर जा कर के विचार करता है कि मैं किस काम वास्ते आया सी और किहड़ा काम इत्थे आकर के करदा रहा। इस करके गुरु महाराज उन्होंने रहिंदे समय में सानू सुचेत किया है कि भाई इस काम वास्ते आया है, गुरु के चरणों का प्यार खटना है, गुरु के नाम की आराधना करनी है और इस नूं रहिंदे समय दे विच पकड़ कर लै। जेकर यह समा गुजर गया है तो फिर पछतावे तो बिना
ਹੋਰ ਕੁਝ ਪੱਲੇ ਬਾਕੀ ਨਹੀਂ ਬਚੇਗਾ। ਜਮਾਂ ਦੀ ਮਾਰ ਸਹਿਣੀ ਪੈ ਜਾਏਗੀ। ਤਰ੍ਹਾਂ ਤਰ੍ਹਾਂ ਦੀਆਂ ਜੂਨਾਂ ਵਿੱਚ ਜਾ ਕਰਕੇ ਇਸ ਜੀਵ ਨੂੰ ਫਿਰ ਜਨਮ ਲੈਣਾ ਪੈ ਜਾਏਗਾ। ਜਿਨ੍ਹਾਂ ਨੇ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ ਸਤਿਗੁਰ ਦੇ ਨਾਮ ਦੀ ਆਰਾਧਨਾ ਕੀਤੀ ਹੈ, ਸਤਿਗੁਰ ਦੇ ਬਚਨਾਂ ਦਾ ਪਾਲਣ ਕੀਤਾ ਹੈ, ਗੁਰੂ ਕੀ ਪਿਆਰੀ ਸਾਧ ਸੰਗਤ ਜੀ, ਉਹ ਆਵਾਗਮਨ ਦੇ ਚੱਕਰ ਤੋਂ ਮੁਕਤ ਹੋ ਜਾਂਦੇ ਨੇ। ਅੱਗੇ ਗੁਰੂ ਸਾਹਿਬ ਉਚਾਰਨ ਕਰਦੇ ਨੇ, ਏ ਦਾਸਾ ਭਗਤੀ ਕੀਨੀ ਵਿਰਲੇ ਵੀਰ, ਸਵਾਸ ਸਵਾਸ ਆਗਿਆ ਰਾਖਿਓ ਧੀਰ। ਇਹ ਦਾਸਾ ਭਗਤੀ ਕਿੰਨੀ ਵਿਰਲੇ ਵੀਰ, ਕਹਿੰਦੇ ਉਹ ਵਿਰਲੇ ਵਿਰਲੇ ਯੋਧੇ ਆਏ ਨੇ ਜਿਨ੍ਹਾਂ ਨੇ ਇਸ ਸੰਸਾਰ ਵਿੱਚ ਆ ਕਰਕੇ ਦਾਸਾ ਭਗਤੀ ਕੀਤੀ ਹੈ, ਗੁਰੂ ਦੇ ਗੁਲਾਮ ਬਣ ਕੇ ਆਪਣਾ ਜੀਵਨ ਬਤੀਤ ਕੀਤਾ ਹੈ। ਗੁਰੂ ਕੀ ਪਿਆਰੀ ਸਾਧ ਸੰਗਤ ਜੀਓ, ਬਲਕ ਬੁਖਾਰੇ ਦਾ ਰਾਜਾ ਇਬਰਾਹਿਮ ਅਦਮ ਮਨ ਦੇ ਵਿੱਚ ਗੁਰੂ ਦਾ ਪ੍ਰੇਮ ਪੈਦਾ ਹੋਇਆ, ਪਰਮਾਤਮਾ ਨਾਲ ਮਿਲਾਪ ਕਰਨ ਦੀ ਇੱਛਾ ਪੈਦਾ ਹੋਈ ਹੈ ਕਿ ਮੈਂ ਸਤਿਗੁਰ ਨਾਲ ਪ੍ਰੇਮ ਕਰਾਂ, ਮੈਂ ਬਾਦਸ਼ਾਹ ਹਾਂ, ਮੇਰੇ ਕੋਲ ਬੜਾ ਕੁਝ ਹੈ। ਔਰ ਮਨ ਦੇ ਵਿੱਚ ਫਿਰ ਨਾਲ ਇਹ ਵੀ ਸਵਾਲ ਵੀ ਪੈਦਾ ਹੋ ਗਿਆ ਕਿ ਰੱਬ ਨੇ ਸਭ ਕੁਝ ਮੈਨੂੰ ਦਿੱਤਾ ਹੋਇਆ ਹੈ, ਪਰ ਮੇਰੀ ਜਿਹੜੀ ਤ੍ਰਿਸ਼ਨਾ ਹੈ ਉਹ ਨਹੀਂ ਮੁੱਕਦੀ, ਕੀ ਕਾਰਨ ਹੈ? ਦਰਬਾਰ ਬੁਲਾਇਆ ਹੈ, ਦਰਬਾਰ ਬੁਲਾ ਕਰਕੇ ਤੇ ਆਪਣੇ ਸਾਰੇ ਵਜ਼ੀਰਾਂ ਨੂੰ ਬੁਲਾਇਆ ਹੈ, ਸੂਝਵਾਨ ਸਿਆਣੇ ਲੋਕ ਦਰਬਾਰ ਦੇ ਵਿੱਚ ਆਏ ਨੇ। ਔਰ ਰਾਜੇ ਨੇ ਸਵਾਲ ਕੀਤਾ ਕਿ ਮੈਂ ਬਾਦਸ਼ਾਹ ਹਾਂ, ਕਿਸੇ ਚੀਜ਼ ਦੀ ਕਮੀ ਨਹੀਂ, ਧਨ ਦੌਲਤ ਮੇਰੇ ਕੋਲ ਬੇਸ਼ੁਮਾਰ ਹੈ, ਪਰ ਮੇਰੀ ਇਹ ਤ੍ਰਿਸ਼ਨਾ ਖਤਮ ਹੋਣ ਦਾ ਨਾਮ ਕਿਉਂ ਨਹੀਂ ਲੈਂਦੀ? ਤੇ ਕਿਸੇ ਗੁਰਮੁਖ ਨੇ ਉੱਠ ਕੇ ਰਾਜੇ ਨੂੰ ਕਿਹਾ ਕਿ ਰਾਜਾ, ਇਹ ਤੁਹਾਨੂੰ ਉਹੀਓ ਦੱਸ ਸਕਦੇ ਨੇ ਜਿਨ੍ਹਾਂ ਨੇ ਆਪਣੀਆਂ ਤ੍ਰਿਸ਼ਨਾਵਾਂ ਖਤਮ ਕਰ ਲਈਆਂ ਨੇ, ਔਰ ਉਹ ਇਸ ਸੰਸਾਰ ਵਿੱਚ ਪੂਰਨ ਸੰਤ ਮਹਾਂਪੁਰਸ਼ ਹੁੰਦੇ ਨੇ। ਜਾਓ ਕਿਸੇ ਸੰਤ ਮਹਾਂਪੁਰਸ਼ ਦੀ ਸ਼ਰਨ ਵਿੱਚ ਜਾ ਕਰਕੇ ਉਹਨਾਂ ਦੇ ਪਾਸੋਂ ਇਹ ਸਵਾਲ ਕਰੋ, ਉਹ ਤੁਹਾਨੂੰ ਹੱਲ ਦੱਸਣਗੇ। ਗੁਰੂ ਪਿਆਰਿਓ, ਭਾਲ ਕਰਦਿਆਂ ਕਰਦਿਆਂ ਇੱਕ ਦਿਨ ਰਾਜਾ ਇਬਰਾਹਿਮ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਦੀ ਸ਼ਰਨ ਵਿੱਚ ਪਹੁੰਚੇ। ਵੇਖਦੇ ਨੇ ਕਿ ਕੱਖਾਂ ਦੀ ਕੁੱਲੀ ਹੈ ਔਰ ਕਬੀਰ ਸਾਹਿਬ ਮਹਾਰਾਜ ਜੀ ਉਸ ਕੁਟੀਆ ਦੇ ਵਿੱਚ ਬੈਠੇ ਹੋਏ ਤਾਣਾ ਬੁਣ ਰਹੇ ਨੇ, ਕੱਪੜਾ ਬੁਣ ਰਹੇ ਨੇ। ਜਾ ਕਰਕੇ ਨਮਸਕਾਰ ਕੀਤੀ ਹੈ, ਬੇਨਤੀ ਕਰਕੇ ਸਵਾਲ ਕੀਤਾ ਕਿ ਸੱਚੇ ਪਾਤਸ਼ਾਹ, ਮੈਂ ਬਲਕ ਬੁਖਾਰੇ ਦਾ ਰਾਜਾ ਇਬਰਾਹਿਮ ਹਾਂ, ਮੇਰਾ ਬੇਨਤੀ ਹੈ, ਸਵਾਲ ਹੈ ਕਿ ਮੇਰੇ ਕੋਲ ਦੁਨੀਆ ਦੀਆਂ ਸਾਰੀਆਂ ਸੁੱਖ ਸਹੂਲਤਾਂ ਮੌਜੂਦ ਨੇ, ਪਰ ਮੇਰੀ ਤ੍ਰਿਸ਼ਨਾ ਨਹੀਂ ਖਤਮ ਹੋ ਰਹੀ। ਰੋਜ਼ ਕੋਈ ਨਾ ਕੋਈ ਅੰਦਰ ਮੇਰੇ ਨਵੀਂ ਉਮੰਗ ਖੜੀ ਰਹਿੰਦੀ ਹੈ, ਕੀ ਕਾਰਨ ਹੈ? ਔਰ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਬਹੁਤ ਪ੍ਰੇਮ ਨਾਲ ਰਾਜਨ ਨੂੰ ਆਪਣੇ ਕੋਲ ਬਿਠਾ ਕਰਕੇ ਸਮਝਾਉਣਾ ਕਰਦੇ, ਕਹਿਣ ਲੱਗੇ, ਰਾਜਨ, ਇਹ ਜਿਹੜੀ ਬਾਹਰੀ ਦੌਲਤ ਹੈ ਇਹ ਇਸ ਸਰੀਰ ਦੀ ਗਰੀਬੀ ਦੂਰ ਕਰਦੀ ਹੈ, ਤਨ ਨੂੰ ਅਮੀਰ ਕਰਦੀ ਹੈ, ਲੇਕਿਨ ਜਿਹੜੀ ਇਸ ਸਰੀਰ ਦੇ ਅੰਦਰ ਆਤਮਾ ਹੈ ਉਹ ਗਰੀਬ ਦੀ ਗਰੀਬ ਰਹਿੰਦੀ ਹੈ, ਕਿਉਂਕਿ ਬਾਹਰੀ ਦੌਲਤ ਹੈ, ਬਾਹਰੀ ਧਨ ਹੈ, ਔਰ ਇਸ ਬਾਹਰੀ ਦੌਲਤ ਦੇ ਨਾਲ ਸਰੀਰ ਦੀ ਬਾਹਰੀ ਗਰੀਬੀ ਦੂਰ ਹੋ ਗਈ ਹੈ। ਔਰ ਜਿਹੜੀ ਆਤਮਾ ਸਰੀਰ ਦੇ ਅੰਦਰ ਬੈਠੀ ਹੈ ਉਸ ਨੂੰ ਫਿਰ ਅੰਦਰਲੀ ਦੌਲਤ ਦੀ ਜ਼ਰੂਰਤ ਹੈ। ਜਿਤਨੀ ਦੇਰ ਤੀਕਰ ਉਸ ਆਤਮਾ ਨੂੰ ਉਸ ਦੀ ਅੰਦਰਲੀ ਦੌਲਤ ਨਹੀਂ ਪ੍ਰਾਪਤ ਹੋਵੇਗੀ, ਇਹ ਤ੍ਰਿਸ਼ਨਾਵਾਂ ਕਦੇ ਖਤਮ ਨਹੀਂ ਹੋਣਗੀਆਂ। ਜਦੋਂ ਉਸ ਆਤਮਾ ਨੂੰ ਅੰਦਰਲੀ ਉਸ ਦੀ ਦੌਲਤ ਮਿਲੇਗੀ, ਆਤਮਾ ਪ੍ਰਮਾਤਮਾ ਦਾ ਅੰਸ਼ ਹੈ, ਜਦੋਂ ਮਾਲਕ ਦੇ ਨਾਮ ਦੀ ਦੌਲਤ ਅੰਦਰੋਂ ਪ੍ਰਾਪਤ ਕਰਕੇ ਉਸ ਆਤਮਾ ਨੂੰ ਮਿਲਣੀ ਸ਼ੁਰੂ ਹੋ ਗਈ, ਫਿਰ ਇਹ ਬਾਹਰੀ ਤ੍ਰਿਸ਼ਨਾਵਾਂ ਸਾਰੀਆਂ ਖਤਮ ਹੋ ਜਾਂਦੀਆਂ ਨੇ। ਹੁਣ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਜਦੋਂ ਬਚਨ ਸੁਣੇ ਤੇ ਕਹਿਣ ਲੱਗੇ, ਮਹਾਰਾਜ ਜੀ, ਬਾਹਰੋਂ ਮੈਂ ਰਾਜਾ ਤੇ ਅੰਦਰੋਂ ਭਿਖਾਰੀ, ਕਿਰਪਾ ਕਰੋ, ਮੈਨੂੰ ਉਹ ਢੰਗ ਤਰੀਕਾ ਦੱਸ ਦਿਓ ਜਿਸ ਢੰਗ ਤਰੀਕੇ ਦੇ ਨਾਲ ਮੈਂ ਅੰਦਰਲੀ ਦੌਲਤ ਪ੍ਰਾਪਤ ਕਰ ਸਕਾਂ। ਕਬੀਰ ਸਾਹਿਬ ਕਹਿਣ ਲੱਗੇ, ਵੀ ਰਾਜਾ, ਇਸ ਵਾਸਤੇ ਸਮਾਂ ਦੇਣਾ ਪਵੇਗਾ। ਕਹਿਣ ਲੱਗਾ, ਜੀ ਸਮਾਂ ਹੀ ਸਮਾਂ ਹੈ, ਮੈਂ ਆਪ ਦੇ ਕੋਲ ਰਹਿ ਕਰਕੇ ਇਹ ਜੁਗਤੀ ਸਿੱਖਣੀ ਚਾਹੁੰਦਾ ਹੈ।
ਕਹਿੰਦੇ ਵਿਚਾਰ ਕਰ ਲੈ, ਤੂੰ ਮਖਮਲੀ ਸਵਾ ਮਨ ਫੁੱਲਾਂ ਦੀ ਸੇਜ ਦੇ ਉੱਤੇ ਸੌਣ ਵਾਲਾ ਹੈ ਔਰ ਇੱਥੇ ਕੱਚੀ ਜ਼ਮੀਨ ਤੇ ਲੇਟਣਾ ਪਏਗਾ। ਤੂੰ ਜੋ ਕਹਿੰਦਾ ਹੈ 36 ਪਦਾਰਥ ਤੇਰੇ ਕੋਲ ਹਾਜ਼ਰ ਹੋ ਜਾਂਦੇ ਨੇ, ਪਰ ਇੱਥੇ ਦਿਨ ਦੀ ਅਸੀਂ ਖਾ ਲਈ ਹੈ, ਸਵੇਰੇ ਉੱਠ ਕੇ ਖਾ ਲਈ ਹੈ, ਤੇ ਸ਼ਾਮ ਦਾ ਭਾਈ ਪਤਾ ਨਹੀਂ ਹੈ ਮਿਲਣੀ ਵੀ ਹੈ ਜਾਂ ਨਹੀਂ ਮਿਲਣੀ। ਉੱਥੇ ਤੂੰ ਜੋ ਹੁਕਮ ਕਰਦਾ ਹੈ ਉਹ ਮੰਨਿਆ ਜਾਂਦਾ ਹੈ, ਨੌਕਰ ਚਾਕਰ ਅੱਗੇ ਪਿੱਛੇ ਨੇ, ਪਰ ਇੱਥੇ ਸਾਡੇ ਕੋਲ ਤੇ ਹੱਥੀਂ ਕਿਰਸ ਕਰਕੇ ਮਿਹਨਤ ਕਰਕੇ ਫਿਰ ਆਪਣਾ ਗੁਜ਼ਾਰਾ ਪੇਟ ਭਰਨਾ ਪਏਗਾ। ਕਹਿੰਦਾ ਜੀ ਮੈਨੂੰ ਸਭ ਮਨਜ਼ੂਰ ਹੈ। ਗੁਰੂ ਦੇ ਚਰਨਾਂ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਹੈ। ਔਰ ਗੁਰੂ ਪਿਆਰਿਓ, ਅੱਜ 6 ਸਾਲ ਹੋ ਗਏ ਬਲਕ ਬੁਖਾਰੇ ਦੇ ਰਾਜੇ ਨੂੰ ਨਲੀਆਂ ਵੱਟ ਰਿਹਾ ਹੈ, ਕੱਪੜਾ ਜਿਹੜਾ ਹੈ ਉਹ ਬੁਣ ਰਿਹਾ ਹੈ, ਬਾਜ਼ਾਰ ਵਿੱਚ ਵੇਚ ਕੇ ਆ ਰਿਹਾ ਹੈ, ਔਰ ਜੋ ਮਿਲਦਾ ਹੈ ਉਹ ਛਕ ਰਿਹਾ ਹੈ। ਜੋ ਗੁਰੂ ਮਹਾਰਾਜ ਜੀ ਨੇ ਹੁਕਮ ਕੀਤਾ ਹੈ ਉਸ ਨੂੰ ਮੰਨਿਆ ਹੈ। ਚਲਦਿਆਂ ਚਲਦਿਆਂ 6 ਸਾਲ ਦਾ ਸਮਾਂ ਹੋ ਗਿਆ ਹੈ। ਇੱਕ ਦਿਨ ਮਾਤਾ ਲੋਈ ਜੀ ਕਹਿਣ ਲੱਗੇ ਕਬੀਰ ਸਾਹਿਬ ਮਹਾਰਾਜ ਜੀ ਨੂੰ ਕਿ ਮਹਾਰਾਜ ਹੁਣ ਤੇ ਬੜਾ ਅਰਸਾ ਹੋ ਗਿਆ ਹੈ, ਹੁਣ ਕਿਰਪਾ ਕਰ ਦਿਓ, ਇਹਨਾਂ ਨੂੰ ਦਾਤ ਬਖਸ਼ਿਸ਼ ਕੀਤੀ ਜਾਏ। ਤੇ ਕਬੀਰ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਕਿ ਨਹੀਂ, ਅਜੇ ਬਰਤਨ ਚੰਗੀ ਤਰ੍ਹਾਂ ਸਾਫ਼ ਨਹੀਂ ਹੋਇਆ। ਤੇ ਮਾਤਾ ਜੀ ਕਹਿਣ ਲੱਗੇ ਕਿ ਕਿਵੇਂ, ਮੈਂ ਕਿਵੇਂ ਮੰਨ ਲਾਂ। ਕਬੀਰ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਕਿ ਤੁਸੀਂ ਕੱਲ੍ਹ ਛੱਤ ਦੇ ਉੱਤੇ ਚਲੇ ਜਾਣਾ ਹੈ, ਉੱਥੇ ਜਾ ਕਰ ਕੇ ਜੋ ਕੂੜਾ ਕਰਕਟ ਗੰਦਗੀ ਇਕੱਠੀ ਕਰ ਲੈਣਾ ਹੈ, ਔਰ ਜਦੋਂ ਇਹ ਗਲੀ ਦੇ ਵਿੱਚੋਂ ਗੁਜ਼ਰੇਗਾ ਇਸ ਦੇ ਉੱਪਰ ਸੁੱਟ ਦੇਣਾ ਹੈ। ਇਸੇ ਤਰ੍ਹਾਂ ਕੀਤਾ ਹੈ। ਜਦੋਂ ਮਾਤਾ ਜੀ ਛੱਤ ਦੇ ਉੱਪਰ ਬੈਠ ਜਾਂਦੇ ਨੇ ਗੰਦਗੀ ਨਾਲ ਭਰਿਆ ਟੋਕਰਾ ਲੈ ਕਰਕੇ, ਜਦੋਂ ਰਾਜਨ ਨੀਚਿਓਂ ਗੁਜ਼ਰਦਾ ਹੈ ਉਹਦੇ ਉੱਪਰ ਸੁੱਟ ਦਿੰਦੇ ਨੇ, ਔਰ ਰਾਜਾ ਬੜੇ ਗੁੱਸੇ ਨਾਲ ਉੱਪਰ ਵੇਖਦਾ, ਪਰ ਮਾਤਾ ਜੀ ਪਿੱਛੇ ਹਟ ਗਏ ਨੇ ਸੁੱਟ ਕੇ। ਉੱਪਰ ਵੇਖਦਾ ਹੋਇਆ ਰਾਜਾ ਕਹਿਣ ਲੱਗਿਆ ਕਿ ਇਹ ਗੰਦਗੀ ਸੁੱਟਣ ਵਾਲਿਆ, ਜੇਕਰ ਹੁੰਦਾ ਬਲਕ ਬੁਖਾਰੇ ਦੇ ਅੰਦਰ ਤੇ ਤੈਨੂੰ ਮੈਂ ਫੇਰ ਦੱਸਦਾ ਕਿ ਇਸ ਦੀ ਸਜ਼ਾ ਤੈਨੂੰ ਕੀ ਮਿਲਣੀ ਸੀ। ਹੰਕਾਰ ਵਿੱਚ ਬੋਲਿਆ ਹੈ। ਤੇ ਮਾਤਾ ਲੋਈ ਜੀ ਹੁਣ ਆ ਕਰਕੇ ਕਬੀਰ ਸਾਹਿਬ ਜੀ ਨੂੰ ਦੱਸਿਆ ਹੈ, ਔਰ ਕਹਿੰਦੇ ਕਿ ਮਹਾਰਾਜ ਸਤ ਬਚਨ ਹੈ ਕਿ ਅਜੇ ਕੁਝ ਕਮੀ ਹੈ। ਫਿਰ 6 ਸਾਲ ਬੀਤ ਗਏ, ਔਰ ਗੁਰੂ ਪਿਆਰਿਓ ਹੁਣ 12 ਸਾਲ ਟੋਟਲ ਹੋ ਗਏ। ਔਰ ਕਬੀਰ ਸਾਹਿਬ ਮਹਾਰਾਜ ਜੀ ਹੋਰਾਂ ਨੇ ਅੱਜ ਮਾਤਾ ਜੀ ਨੂੰ ਕਿਹਾ ਕਿ ਅੱਜ ਆਪਾਂ ਇਹਨਾਂ ਨੂੰ ਦਾਤ ਬਖਸ਼ਿਸ਼ ਕਰਨੀ ਹੈ, ਨਾਮ ਦੀ ਦਾਤ ਬਖਸ਼ਿਸ਼ ਕਰਨੀ ਹੈ, ਅੰਦਰਲੀ ਰਹਿਮਤ ਬਖਸ਼ਿਸ਼ ਕਰਨੀ ਹੈ। ਔਰ ਗੁਰੂ ਪਿਆਰਿਓ, ਮਾਤਾ ਜੀ ਫੇਰ ਕਹਿਣ ਲੱਗੇ ਕਿ ਆ ਹੁਣ ਬਰਤਨ ਸਾਫ਼ ਹੋ ਗਿਆ, ਮੈਂ ਕਿਵੇਂ ਮੰਨ ਲਾਂ। ਕਬੀਰ ਸਾਹਿਬ ਕਹਿੰਦੇ ਪਹਿਲਾਂ ਵਾਲੀ ਜੁਗਤੀ ਫੇਰ ਅਪਣਾਓ, ਅੱਜ ਫੇਰ ਉੱਪਰ ਕੂੜਾ ਕਰਕਟ ਲੈ ਕਰਕੇ ਬੈਠ ਜਾਓ, ਜਦੋਂ ਗੁਜ਼ਰਨਗੇ ਫਿਰ ਸੁੱਟਣਾ। ਫਿਰ ਪਹਿਲਾਂ ਵਾਂਗ ਹੋਇਆ, ਜਦੋਂ ਨੀਚਿਓਂ ਗੁਜ਼ਰੇ ਨੇ ਰਾਜਨ ਤੇ ਉੱਪਰੋਂ ਮਾਤਾ ਜੀ ਨੇ ਉਹ ਕੂੜਾ ਕਰਕਟ ਜਿਹੜਾ ਹੈ ਉਹਦੇ ਉੱਪਰ ਸੁੱਟ ਦਿੱਤਾ, ਔਰ ਫਿਰ ਪਿੱਛੇ ਹਟ ਜਾਂਦੇ ਨੇ। ਅੱਜ ਜਦੋਂ ਇਹ ਕੂੜਾ ਉੱਪਰ ਡਿੱਗਿਆ ਤੇ ਬੜੀ ਨਿਮਰਤਾ ਹੈ ਹਿਰਦੇ ਅੰਦਰ। ਕਹਿਣ ਲੱਗਿਆ ਰਾਜਾ ਇਬਰਾਹਿਮ, ਕਹਿੰਦਾ ਕਿ ਇਹ ਗੰਦਗੀ ਸੁੱਟਣ ਵਾਲਿਆ ਤੇਰਾ ਲੱਖ ਲੱਖ ਸ਼ੁਕਰ ਹੈ, ਇਹ ਮਨ ਜਿਹੜਾ ਮੇਰਾ ਹੈ ਉਹ ਇਸੇ ਚੀਜ਼ ਦੇ ਕਾਬਲ ਹੈ। ਜਿਸ ਪਾਸੇ ਮੈਂ ਲਾਉਂਦਾ ਹਾਂ ਸੱਚ ਵੱਲ ਨੂੰ, ਸੁੱਚੀ ਚੀਜ਼ ਵੱਲ ਨੂੰ ਤੁਰਦਾ ਨਹੀਂ ਹੈ, ਇਹ ਗੰਦਗੀ ਵਿੱਚ ਰਹਿਣ ਗਿੱਜਿਆ ਹੈ। ਤੂੰ ਚੰਗਾ ਕੀਤਾ ਜਿਹੜਾ ਇਹਦੇ ਉੱਪਰ ਗੰਦਗੀ ਸੁੱਟੀ ਹੈ। ਜਦੋਂ ਇਹ ਬਚਨ ਆ ਕਰਕੇ ਦੱਸੇ ਨੇ ਤੇ ਮਾਤਾ ਜੀ ਬਹੁਤ ਖੁਸ਼ ਨੇ, ਕਹਿਣ ਲੱਗੇ ਕਿ ਕਬੀਰ ਸਾਹਿਬ ਮਹਾਰਾਜ ਨੂੰ ਕਿ ਆਪ ਜੀ ਸੱਚ ਕਹਿ ਰਹੇ ਹੋ। ਹੁਣ ਰਾਜੇ ਨੂੰ ਨਹਿਲਾ ਧੁਲਾ ਕਰਕੇ ਗੁਰੂ ਚਰਨਾਂ ਵਿੱਚ ਪੇਸ਼ ਕੀਤਾ ਹੈ, ਹਾਜ਼ਰ ਹੋਏ ਨੇ। ਕਬੀਰ ਸਾਹਿਬ ਮਹਾਰਾਜ ਨੇ ਗਲ ਨਾਲ ਲਗਾ ਲਿਆ ਹੈ, ਔਰ ਅੰਦਰਲਾ ਭੰਡਾਰਾ ਬਖਸ਼ਿਸ਼ ਕਰ ਦਿੱਤਾ ਹੈ, ਅੰਦਰਲਾ ਭੇਦ ਦੇ ਦਿੱਤਾ ਹੈ। ਨਿਹਾਲ ਹੋ ਗਿਆ ਰਾਜਾ ਇਬਰਾਹਿਮ। ਨਾ ਹੁਣ ਰਾਜ ਪਾਠ ਦਾ ਚੇਤਾ ਰਿਹਾ ਹੈ, ਨਾ ਵਜ਼ੀਰਾਂ ਦਾ ਕੋਈ ਚੇਤਾ ਹੈ, ਨਾ ਧੀਆਂ ਪੁੱਤਰਾਂ ਦਾ ਕੋਈ ਚੇਤਾ ਰਹਿ ਗਿਆ ਹੈ। ਕਬੀਰ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਕਿ ਜਾਓ ਹੁਣ ਆਪ ਵੀ ਨਾਮ ਜਪੋ ਔਰ ਦੁਨੀਆ ਨੂੰ ਵੀ ਜਪਾਓ। ਗੁਰੂ ਕੀ ਪਿਆਰੀ ਸਾਧ ਸੰਗਤ ਜੀਓ, 12 ਸਾਲ ਕਬੀਰ ਸਾਹਿਬ ਮਹਾਰਾਜ ਦੀ ਸ਼ਰਨ ਵਿੱਚ ਰਾਜਾ ਇਬਰਾਹਿਮ ਨੇ ਚਾਕਰੀ ਕੀਤੀ ਹੈ। ਜੋ ਹੁਕਮ ਲੱਗਿਆ ਹੈ ਉਹੋ ਹੀ ਕੀਤਾ ਹੈ, ਦਾਸਾ ਭਗਤੀ ਕੀਤੀ ਹੈ। ਔਰ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਮੁੜ ਨਾ ਆਪਣੇ ਮਹੱਲਾਂ ਵਿੱਚ ਗਏ ਨੇ, ਨਾ ਰਾਜ ਪਾਠ ਵੇਖਿਆ ਹੈ, ਔਰ ਸਾਰਾ ਜੀਵਨ ਉਸ ਪਿਤਾ ਪਰਮੇਸ਼ਵਰ ਦੇ ਬੰਦਗੀ ਵਿੱਚ ਗੁਜ਼ਾਰ ਦਿੱਤਾ ਹੈ, ਔਰ ਇਸ ਸੰਸਾਰ ਦੇ ਜੀਵਾਂ ਨੂੰ ਵੀ ਨਾਮ ਨਾਲ ਜੋੜਿਆ ਹੈ। ਇਸ ਲਈ ਗੁਰੂ ਮਹਾਰਾਜ ਜੀ ਕਹਿੰਦੇ ਨੇ
कि ये दासा भगती कीनी विरले वीर, कि वो विरले विरले ने जिन्हां ने सतगुर की शन विच रह करके सतगुर का हुक्म वजाया है, सतगुर के नाम की आराधना की है, जिमें सतगुर नूं पाउंदा है तिवें कीता है। गुरु रविदास महाराज जी होरी भी अपनी पावन बाणी विच उचारण करते हैं कि सवास सवास आग्या राखियो धीर, कि जो गुरु महाराज जी सानू आग्या लगाउंदे ने उस दा पालन करना चाहिए है। ये नहीं कि गुरु महाराज जी सानू हुक्म कुछ लगाउंदे ने ते असीं अपनियां मन मर्जियां करते फिरदे हां। झूठा पालन पालते कहो कैसे कल्याण, कि जेकर असीं बाहरों दिखावा करते हाँ, अंदर मन दे विच मैला नहीं, तो कोई फल नहीं गुरु के पासों प्राप्त कर सकते। जे बाहरों असीं मिठे बोल बोलते हाँ, पर हिरदे दे अंदर जहर भरी पई है किसी वास्ते। बाहरों असीं दिखावा करते हाँ, सतनाम वाहिगुरू बोलते हाँ, लेकिन हिरदे दे अंदर 24 घंटे ये बनत बनाई फिरदे दूसरे का हक मार के किमें खाना है, दूसरे नूं बेइज्जत किमें करना है। तो इस तरह गुरु महाराज जी कहते तू सतगुर की दया का पात्र नहीं बन सकता। बाहरों तू वेखण नूं भेख जिहड़ा है वो महापुरुषों वाला पाई बैठा है, पर नाम नूं विसारिया होया है, बाड़ी अडंबरा नूं गल नाल लगाया होया है। गुरु महाराज कहते झूठा पालन है, इस तरह प्राप्त नहीं तू कर सकता मालक नूं। जेकर प्राप्त करना है तो आग्या गुर की चित धर कह रविदास बखान, कि जो गुरु महाराज जी सानू हुक्म लगाउंदे ने, जो आग्या सानू लगाउंदे ने, उसका पालन करना चाहिए है। अगे उचारण करते ने, रहे सदा विच आग्या एहो भगत महान, दासा भगती यही है, दासन दास बिखान, रहे सदा विच आग्या एहो भगत महान। प्रभु के हुक्म विच रहना ये भगती महान है, बड़ी उच्ची भगती है। ये दासा भगती है जो प्रभु के दासां दा दास समझिया जाता है। जिन्हीं परमात्मा की आराधना की, परमात्मा का रूप हो गए। जिन सेविया मेरा हर जी ते हर हर रूप समासी, ਉਹਦੇ ਵਿੱਚ ਸਮਾ गए, ਉਹਦਾ रूप हो जाते हैं, उस दे दास हो गए। गुरु महाराज जी कहते हैं कि जिहड़े दासां दा भी दास बन के रहिंदा है वो कर्मां वाला भागां वाला है। रहे सदा विच आग्या इहो भगत महान, वो महान व्यक्ति है जिहड़ा इस महान भगती नूं करदा है। बुद्ध सुध तब होए है, पावै निर्मल ज्ञान, असु पूरन आस सब, गुरुदेव विख्यान। जो गुरु के नाम की आराधना की है, गुरु के दास होकर के जीवन बतीत करना शुरू किया, फिर बुद्ध सुध तब होए है, फिर विवेक बुद्धि की प्राप्त होती है, सुध फिर पूर्ण ज्ञान की बख्शिश हो जाती है। जिहड़ा जीव समझदा सी कि मालक पता नहीं कित्थे वसदा है, उहदा किहड़ा घर है, फिर इस जीव नूं ज्ञान हो जाता है कि सरबै एक अनेकै स्वामी सब कट भुगवै सोई, कह रविदास हाथ पैने रह सहजे होए सो होई। कि वह परमात्मा किधरे दूर नहीं, मेरे हत्थां तो नेड़े मेरे रोम रोम विच समाया पिया है। जिहड़ा एक तो अनेक रूप बना करके सारे संसार नूं चला रहा है, मेरे सारे कार्य करता जा रहा है। ये फिर ज्ञान उस जीव नूं हो जाता है, पावै निर्मल ज्ञान। वो जीव पूर्ण ज्ञान की प्राप्ति कर लैंदा है, विवेक बुद्ध उस नूं आ जाती है। असू पूर्ण आस सब,
गुरदेव बख्यान। गुरु महाराज जी कहते कि जिहड़ा जीव इस महीने विच गुरु के चरण कमलों में दास बन करके गुरु के हुक्म की पालना करता है, गुरु के नाम की आराधना करता है, उसदियां सारियां इच्छावां पूर्ण करते हैं। रविदास गुरु चरणन का सदा करत है ध्यान। रविदास गुरु चरणन का सदा करत है ध्यान। हुण जिहड़े जीवां नूं विवेक बुद्ध आ गई है, जिन्हां नूं पूर्ण ज्ञान की बख्शिश कर दिती है, गुरु महाराज जी कहते ने रविदास गुरु चरणन का सदा करत है ध्यान, कि वह हमेशा ही अपने सतगुरु के चरणों नाल जुड़ करके रहंदे ने, सतगुरु का ध्यान धर के रखते हैं, हिरदे के अंदर अपने सतगुरु नूं वसा करके चलते हैं। जिहड़े जीव गुरु की शरण विच जा करके अपना जीवन बतीत करते हैं सतगुरु के दसे हुक्मां मुताबक। गुरु की प्यारी साध संगत जीओ, अज अस्सू का महीना शुरू हो रहा है और असी इस महीने का साहब श्री गुरु रविदास महाराज जी द्वारा बख्शिश किया उपदेश सरवण किया है, जिस महाराज जी हुणां ने दासा भगती का वर्णन किया है कि वह वड्डे भागां वाले जीव ने, महान ने, जिहड़े ये दासा भगती करते हैं, सतवें प्रकार की भगती दासा भगती करते हैं, जिहड़े गुलाम अपने गुरु दे हो जाते हैं, गुरु के हुक्म नूं बजाउंदे ने, जिहड़े गुरु के दर दीआं सेवावां निभाउंदे ने, अपना तन मन धन अपने सतगुरु नूं समर्पित कर दिंदे ने, जो हुक्म है उसका पालन करते हैं। गुरु महाराज उस जीव ते अपार बख्शिशां करते हैं, उसदियां सारियां मनोकामना पूर्ण करते हैं। जो जीव दे इच्छा मन विच प्रगट हुंदी है, सतगुरु वो सब फिर पूरियां कर देंदे ने, अपने जीव का परमार्थ और स्वार्थ सुखाला कर देंदे ने, लोक परलोक जिहड़ा है वो सौखा कर देंदे ने, सवार देंदे ने। जिहड़े जीव गुरु के चरण कमलों नाल प्रेम पा करके दास बन के गुरु के नाम की आराधना करते हैं। सो गुरु प्यारिओ, असी गुरु चरणों में जुड़ करके बेनती अरदास करिए कि सच्चे पातशाह, असी इस संसार दे विच भुल्ले भटके फिरदे हाँ, साडे ते किरपा दया मेहर करो, आप द्वारा दर्शाए मार्ग ते चलण दी सुमत बख्शिश करो, अपना नाम जपाओ, अपने दर्श दिखाओ। गुरु चरणों च बेनतियां अरदासां करदे हां। आओ गुरु प्यारिओ, एक होर बेनती करिए कि सच्चे पातशाह आवन वाला समा, ये महीना समूह संगतां वास्ते खुशियां खेड़े लै करके आवे, सुख दा होवे। ये बेनती अरदास करते रजा बख्शिश कीजिए। बहुत प्रेम सह जपिए। जय गुरुदेव, धन गुरुदेव।